अस्सलाम वालेकुम दोस्तों, ਅਸੀਂ ਜਾ ਰਹੇ ਹਾਂ ਸੁਸ਼ੀ ਖਾਣ। ਮੇਰੇ ਨਾਲ ਮੇਰੀ ਵਾਈਫ ਹੈ, ਜੈਪਨੀਜ਼ ਵਾਈਫ। ਇੱਕੋ ਹੀ ਵਾਈਫ ਹੈ ਮੇਰੀ। ਜਦੋਂ ਮੈਂ ਕਹਿੰਦਾ ਮੇਰੀ ਜੈਪਨੀਜ਼ ਵਾਈਫ ਤੇ ਲੋਕੀ ਸਮਝਦੇ ਨੇ ਇਹਦੀ ਕੋਈ ਹੋਰ ਵੀ ਵਾਈਫ ਹੈ। when I say that my Japanese wife, people assume that I have more than one wife, Japanese wife। ਲੇਕਿਨ ਭਾਜੀ ਮੇਰੀ ਇੱਕੋ ਹੀ ਹੈ ਸ਼ਾਦੀ, ਅਤੇ ਮੈਂ ਇੱਕੋ ਹੀ ਸ਼ਾਦੀ 'ਚ ਬੜਾ ਖੁਸ਼ ਹਾਂ ਅਲਹਮਦੁਲਿਲਾ। ਸੁਸ਼ੀ ਜਿਨ੍ਹਾਂ ਨੂੰ ਨਹੀਂ ਪਤਾ, ਜਾਪਾਨੀ ਇੱਕ ਬੜੀ ਮਸ਼ਹੂਰ ਡਿਸ਼ ਹੈ। ਚਾਵਲਾਂ ਦੇ ਛੋਟੀਆਂ ਛੋਟੀਆਂ ਪਿੰਨੀਆਂ ਦੇ ਉੱਤੇ ਮੱਛਲੀ ਰੱਖ ਕੇ ਖਾਈ ਜਾਂਦੀ ਹੈ। ਜੈਸਾ ਕਿ ਜਾਪਾਨੀਆਂ ਦੇ ਬਾਰੇ 'ਚ ਮੈਂ ਦੱਸਿਆ ਤੁਹਾਨੂੰ ਕਿ ਸੁਸ਼ੀ ਤੋਂ ਬਗੈਰ ਜ਼ਿੰਦਾ ਨਹੀਂ ਰਹਿ ਸਕਦੇ। ਜਾਪਾਨੀਆਂ ਨੂੰ ਅਗਰ ਮਾਰਨਾ ਹੋਵੇ ਨਾ ਤਾਂ ਇਹਨਾਂ ਨਾਲ ਜੰਗ ਕਰਨ ਦੀ ਲੋੜ ਨਹੀਂ ਹੈ, ਨਾ ਹੀ ਇਹਨਾਂ ਦੀ ਸੁਸ਼ੀ ਬੰਦ ਕਰ ਦਿਓ ਅਤੇ ਆਪੇ ਹੀ ਮਰ ਜਾਣਗੇ। ਇਹਨਾਂ ਦੇ ਮੈਂ ਤਾਂ ਸਮਝਦਾ ਸੁਸ਼ੀ ਵਾਲੀ ਆਂਦਰ ਹੀ ਵੱਖਰੀ ਹੈ। ਹਫ਼ਤੇ 'ਚ ਇੱਕ ਦਫਾ ਮੈਂ ਆਪਣੀ ਵਾਈਫ ਨੂੰ ਜਿਹੜਾ ਨਾ ਕਿ ਸੁਸ਼ੀ ਖਵਾਉਣ ਲੈ ਕੇ ਜਾਣਾ ਹੁੰਦਾ। ਇਹ ਨਹੀਂ ਕਿ ਹਰ ਹਫ਼ਤੇ ਕੋਈ ਕਰਫਿਊ ਲੱਗਿਆ ਜਾਣਾ ਹੀ ਜਾਣਾ, ਲੇਕਿਨ ਇਹ ਕਿ ਤਕਰੀਬਨ ਮਹੀਨੇ 'ਚ 3 ਕੁ ਦਫਾ ਤਾਂ ਅਸੀਂ ਖਾਂਦੇ ਹਾਂ। ਮੈਂ ਹਰ ਸੁਸ਼ੀ ਨਹੀਂ ਖਾ ਸਕਦਾ। ਅੱਛਾ, ਸੁਸ਼ੀ ਦੇ ਵਿੱਚ ਨਾ ਕਈ ਹਰ ਮਛਲੀ ਕੱਚੀ ਮਛਲੀ ਨਹੀਂ ਹੁੰਦੀ। ਕਈ ਜਿਹੜੀਆਂ ਨੇ ਉਹ ਹਲਕੀਆਂ ਜਿਹੀਆਂ ਬਰਨ ਹੁੰਦੀਆਂ ਨੇ, ਮਤਲਬ ਉਹਨਾਂ ਨੂੰ ਥੋੜ੍ਹਾ ਜਿਹਾ ਕੀਤਾ ਹੁੰਦਾ, ਸਾੜਿਆ ਹੁੰਦਾ, ਉਹ ਮਜ਼ੇ ਦੀ ਹੁੰਦੀ ਹੈ। ਗ੍ਰਿਲ ਟਾਈਪ ਕਹਿ ਲਓ ਜਾਂ ਕੁਛ ਇਸ ਤਰ੍ਹਾਂ। ਕੁਝ ਵਿੱਚ ਫਰਾਈਡ ਵੀ ਚੀਜ਼ਾਂ ਹੁੰਦੀਆਂ ਨੇ। ਅਸੀਂ ਬਸ ਪਹੁੰਚ ਗਏ ਹਾਂ ਰੈਸਟੋਰੈਂਟ 'ਤੇ। ਲੈਟਸ ਗੋ। ਚਲੋ ਜੀ, ਮਾਸਕ ਲਾ ਲਓ ਤੁਸੀਂ। ਹਾਏ ਦੋ ਇਹ ਏਰੀਆ ਇੱਥੇ ਕਾਫੀ ਜ਼ਿਆਦਾ ਰੈਸਟੋਰੈਂਟ ਨੇ ਇਕੱਠੇ ਹੀ ਬਣੇ ਨੇ। ਥੱਲੇ ਪਾਰਕਿੰਗ ਹੈ ਅਤੇ ਇਹ ਰੈਸਟੋਰੈਂਟ ਹੈ ਸੁਸ਼ੀ ਦਾ ਰੈਸਟੋਰੈਂਟ, ਜਿੱਥੇ ਅਸੀਂ ਹੁਣ ਸੁਸ਼ੀ ਖਾਣ ਆਏ ਹਾਂ। ਇਹਨਾਂ ਨੇ ਦੁਬਾਰਾ ਰੈਨੋਵੇਸ਼ਨ ਕੀਤੀ ਹੈ, ਚੇਂਜ ਕਰ ਦਿੱਤਾ ਸਾਰਾ ਡਿਜ਼ਾਈਨ। ਕੁਝ ਦਿਨ ਪਹਿਲੇ ਨਾ ਰੈਨੋਵੇਸ਼ਨ ਹੋਈ ਹੈ, ਠੀਕ ਹੈ। ਬ੍ਰੈਂਡ ਨਿਊ ਇਹਨਾਂ ਨੇ ਨਵੀਆਂ ਸਕਰੀਨਾਂ ਲਾ ਦਿੱਤੀਆਂ ਨੇ। ਹੁਣ ਤੁਹਾਨੂੰ ਮੈਂ ਫਸਟ ਚੀਜ਼ ਦਿਖਾਉਂਦਾ ਵਾ ਇਹਦੀ ਫਸਟ ਇੰਪਰੈਸ਼ਨ, ਕਿ ਤੁਸੀਂ ਇੱਥੇ ਆ ਕੇ ਬੈਠੇ ਹੋ ਟੇਬਲ ਦੇ ਉੱਤੇ ਅਤੇ ਇਹ ਵੱਡੀ ਸਕਰੀਨ ਹੈ ਜਿਹਦੇ ਉੱਤੇ ਅਸੀਂ ਆਰਡਰ ਦਿਆਂਗੇ। ਜਿਹੜਾ ਉਹ ਸਾਹਮਣੇ ਬੈਠਿਆ ਬੰਦਾ ਉਹ ਵੀ ਇੱਥੋਂ ਹੀ ਆਰਡਰ ਕਰੇਗਾ, ਜਿਹੜਾ ਇਸ ਪਾਸੇ ਬੈਠੇ ਹੈ ਉਹ ਵੀ ਆਰਡਰ ਕਰੇਗਾ। ਆਰਡਰ ਦਾ ਤੁਸੀਂ ਇੰਤਜ਼ਾਰ ਕਰਦੇ ਵਕਤ ਇੱਥੇ ਗੇਮ ਵੀ ਖੇਡ ਸਕਦੇ ਹੋ। ਵਾਹ, ਇਸ ਤਰ੍ਹਾਂ ਖਾਣਾ ਚੱਲਦਾ ਹੋਇਆ ਗੁਜ਼ਰਦਾ ਜਾਏਗਾ। ਅਗਰ ਜਿਹੜਾ ਆਰਡਰ ਅਸੀਂ ਕੀਤਾ ਉਹ ਆਰਡਰ ਜਿਸ ਤਰ੍ਹਾਂ ਹੀ ਆਏਗਾ, ਇਹ ਪਲਾਸਟਿਕ ਵਾਲੀ ਇੱਕ ਜਿਹੜੀ ਪੱਟੀ ਹੈ ਨਾ ਉਹ ਇੰਝ ਖੁੱਲ੍ਹੇਗੀ ਅਤੇ ਉਹ ਪਲੇਟ ਨੂੰ ਆਪਣੇ ਵੱਲ ਇੱਧਰ ਕਰ ਦੇਗੀ। ਇਹ ਸਪੈਸ਼ਲ ਸਾਡੀ ਲਾਈਨ ਹੈ। ਸਾਡਾ ਖਾਣਾ ਜਿਹੜਾ ਨਾ ਉਹ ਇਸ ਲਾਈਨ ਦੇ ਵਿੱਚ ਆ ਕੇ ਇੱਥੇ ਰੁਕ ਜਾਏਗਾ। ਇੱਥੋਂ ਲੈ ਕੇ ਇੱਥੋਂ ਤੱਕ ਅਸੀਂ ਆਪਣਾ ਖਾਣਾ ਚੁੱਕ ਲਾਂਗੇ। ਇਹ ਡਿਫਰੈਂਟ ਕਿਸਮ ਦੀ ਸੌਸੇਜਿਸ ਨੇ ਜਿਹੜੀਆਂ ਸੁਸ਼ੀ ਦੇ ਉੱਤੇ ਅਸੀਂ ਲਾ ਕੇ ਖਾਵਾਂਗੇ। ਅੱਛਾ, ਹੁਣ ਹੋਰ ਕੀ ਚੇਂਜਿੰਗ ਹੋਈ ਹੈ ਕਿ ਪਹਿਲੇ ਇੱਕ ਛੋਟਾ ਜਿਹਾ ਇੱਥੇ ਟੈਬਲੇਟ ਹੁੰਦਾ ਸੀ ਜਿਹਦੇ ਤੋਂ ਅਸੀਂ ਆਰਡਰ ਦਿੰਦੇ ਸਾਂ ਨਾ, ਅਤੇ ਹੁਣ ਅਗਰ 4 ਬੰਦੇ ਬੈਠੇ ਨੇ ਤਾਂ ਹਰ ਬੰਦੇ ਨੂੰ ਟੈਬਲੇਟ ਫੜ ਕੇ ਆਪਣਾ ਆਰਡਰ ਚੂਜ਼ ਕਰਨਾ ਪੈਂਦਾ ਸੀ। ਹੁਣ ਉਹਨਾਂ ਨੇ ਕੀ ਕਰ ਦਿੱਤਾ, ਐਡੀ ਵੱਡੀ ਟੱਚ ਸਕਰੀਨ ਲਾਈ ਹੈ ਔਰ ਇੱਧਰ ਵਾਲਾ ਬੰਦਾ ਆਪਣਾ ਆਰਡਰ ਖੁਦ ਦੇ ਲੇਗਾ, ਉੱਧਰ ਵਾਲਾ ਆਰਡਰ ਬੰਦਾ ਖੁਦ ਦੇ ਲੇਗਾ, ਠੀਕ ਹੈ। ਇਸ ਤਰ੍ਹਾਂ ਕਰਕੇ ਨਾ ਆਪਣਾ ਆਰਡਰ ਵੀ ਦੇ ਸਕਦੇ ਹਾਂ। ਬੇਗਮ ਨੇ ਆਰਡਰ ਕਰ ਦਿੱਤਾ। ਇਹਨੂੰ ਜ਼ਿਆਦਾ ਭੁੱਖ ਲੱਗੀ ਹੈ, ਇਹਨੂੰ ਜ਼ਿਆਦਾ ਜ਼ਰੂਰਤ ਹੈ ਸੁਸ਼ੀ ਦੀ। ਲਓ ਜੀ, ਇਹ ਆਰਡਰ ਆ ਗਿਆ। ਸੁਗੁਕੁਰੂ ਕਾਰਾ ਮੁਦੋਰਾ ਨਾਈ ਇੱਕ ਦੇ ਹਾਇਰੂ ਨਾ। ਪਹਿਲੇ ਇੰਝ ਹੁੰਦਾ ਸੀ ਕਿ ਅਗਰ ਅਸੀਂ ਆਪਣਾ ਆਰਡਰ ਮਿਸ ਕਰ ਦਿੱਤਾ, ਆਰਡਰ ਅੱਗੇ ਨਿਕਲ ਜਾਂਦਾ ਸੀ ਨਾ, ਅਤੇ ਫਿਰ ਉਹਨੂੰ ਉਹ ਉੱਤੋਂ ਦੀ ਘੁੰਮ ਕੇ ਆ ਕੇ ਵਾਪਸ ਫਿਰ ਆਉਣਾ ਪੈਂਦਾ ਸੀ। ਲੇਕਿਨ ਹੁਣ ਸਾਡਾ ਆਰਡਰ ਮਿਸ ਨਹੀਂ ਹੋਏਗਾ। ਜਿਹੜਾ ਸਾਡਾ ਆਰਡਰ ਹੋਏਗਾ ਉਹ ਫੌਰਨ ਇੱਥੇ ਆ ਕੇ ਸਟਾਪ ਹੋ ਜਾਏਗਾ ਅਤੇ ਅਸੀਂ ਆਪਣਾ ਆਰਡਰ ਆਰਾਮ ਨਾਲ ਚੁੱਕ ਲਾਂਗੇ। ਇਹ ਨਾ ਹੁਣ ਸਿਰਫ ਮਛਲੀ ਹੈ, ਕੱਚੀ ਮਛਲੀ ਹੈ, ਚਾਵਲਾਂ ਦੇ ਉੱਤੇ ਰੱਖੀ ਹੋਈ ਹੈ, ਠੀਕ ਹੈ। ਲੇਕਿਨ ਇਹ ਇਸ ਤਰ੍ਹਾਂ ਨਹੀਂ ਅੰਦਰ ਲੰਘਣੀ, ਇਹਦੇ ਨਾਲ ਕਾਫੀ ਲਵਾਜ਼ਮਾਤ ਨੇ। ਇਹ ਜਿਹੜਾ ਹੈ ਇਹ ਅਦਰਕ ਹੈ। ਅਦਰਕ ਜਿਹੜਾ ਹੈ, ਇਸ ਅਦਰਕ ਨੂੰ ਇਹਦੇ ਉੱਤੇ ਲਾਈਦਾ। ਉਸ ਤੋਂ ਬਾਅਦ ਇਹ ਮੁਖਤਲਿਫ ਕਿਸਮ ਦੀ ਸੌਸ ਨੇ। ਇਹ ਸੌਸ ਹੈ, ਇਹ ਮੱਛੀ ਦੇ ਉੱਤੇ ਪਾਈ ਦੀ ਹੈ।
ਇਹ ਇੱਕ ਹੋਰ ਹੈ, ਇਹ ਮੱਛੀ ਦਾ ਕੀਮਾ ਸਮਝ ਲਓ, ਮੱਛੀ ਦਾ ਕੀਮਾ। ਤੇ ਇਹ ਵੀ ਇੰਨਾ ਹੀ ਖਾਣਾ ਭਾਈ, ਮੈਂ ਨਹੀਂ ਖਾ ਸਕਦਾ। ਇਹ ਇੱਕ ਚੀਜ਼ ਹੈ, ਇਹ ਮੱਛਲੀ ਦੇ ਅੰਡੇ ਨੇ। ਇਹ ਮੈਂ ਇੱਕ ਅੱਧਾ ਅੰਡਾ ਟਰਾਈ ਕੀਤਾ ਸੀ। ਇਹ ਨਮਕੀਨ ਜਿਹਾ ਹੁੰਦਾ ਤੇ ਇਹਦੇ ਇਰਦ ਗਿਰਦ ਖਾਸ ਕਿਸਮ ਦੀ ਸਮੁੰਦਰੀ ਕੋਈ ਸਬਜ਼ੀ ਹੈ ਜਿਹੜੀ ਲਪੇਟੀ ਹੋਈ ਹੈ। ਸੀਵੀਡ ਦੇਖੋ, ਸੋਤੋ ਕੋਰੇ ਸੀਵੀਡ ਜਿਹਨੂੰ ਆਖਦੇ ਨੇ। ਸੀਵੀਡ ਲਪੇਟਿਆ ਅੰਦਰ ਚਾਵਲ ਨੇ ਤੇ ਚਾਵਲ ਦੇ ਉੱਤੇ ਇਹ ਮੱਛਲੀ ਹੈ, ਮੱਛਲੀ ਦੇ ਅੰਡੇ ਨੇ। ਇਹ ਨੇ ਜਨਾਬ ਪੋਟੈਟੋ ਫਰਾਈਜ਼। ਇਹ ਵੇਖੋ ਨਾ, ਹੁਣ ਇਹਦੇ ਨਾਲ ਕੱਚੀ ਮੱਛੀ ਥੱਲੇ ਵੇ, ਲੇਕਿਨ ਉਹਦੇ ਉੱਤੇ ਅਵੋਕਾਡੋ ਹੈ ਤੇ ਉੱਤੇ ਪਿਆਜ਼ ਨੇ, ਤੇ ਪਿਆਜ਼ ਦੇ ਉੱਤੇ ਮਾਇਓਨੀਜ਼ ਵੀ ਹੈ। ਹੁਣ ਮੈਂ ਜ਼ਰਾ ਆਪਣਾ ਆਰਡਰ ਕਰ ਲਾਂ। ਇਹ ਹੁਣ ਇੱਕ ਹੋਰ ਫਿਸ਼ ਹੈ, ਇਹ ਗ੍ਰਿਲਡ ਫਿਸ਼ ਹੋਈ ਹੈ ਨਾ, ਥੋੜੀ ਜਿਹੀ ਗ੍ਰਿਲ ਹੋਈ ਹੈ, ਔਰ ਉਸ ਤੋਂ ਇਲਾਵਾ ਇਹਦੇ ਉੱਤੇ ਪਤਾ ਨਹੀਂ ਕੀ ਮਸਾਲਾ ਹੈ, ਕੀ ਹੈ। ਇਹਨਾਂ ਸਟਿਕਸ ਦੇ ਨਾਲ ਇਹਨੂੰ ਖਾਈਦਾ, ਲੇਕਿਨ ਹੁਣ ਇੰਝ ਜ਼ਿਆਦਾ ਇੰਨੀ ਮਜ਼ੇ ਦੀ ਨਹੀਂ ਹੋਣੀ। ਇਹ ਜਿਹੜਾ ਨਾ ਅਦਰਕ ਵਗੈਰਾ ਜਿਹੜਾ ਨਾ ਇਹਦੇ ਨਾਲ ਲਾ ਕੇ ਖਾਣਾ ਪੈਂਦਾ। ਮਜ਼ੇ ਦੀ। ਹੁਣ ਇਹ ਟੇਬਲ ਦੇ ਉੱਤੇ ਜਿੰਨੇ ਵੀ ਲੋਕ ਹੁੰਦੇ ਨੇ ਨਾ, ਉਹ ਸਾਰੇ ਜਿਹੜੀਆਂ ਪਲੇਟਾਂ ਖਾਲੀ ਹੋ ਜਾਂਦੀਆਂ ਨਾ, ਇੱਕੋ ਹੀ ਜਗ੍ਹਾ ਦੇ ਉੱਤੇ ਰੱਖਦੇ ਨੇ। ਅਗਰ ਕੁਝ ਲੋਕ ਲਹਿਦਾ ਵੀ ਰੱਖਦੇ ਨੇ, ਲੇਕਿਨ ਉਮੂਮਨ ਫੈਮਿਲੀ ਹੁੰਦੀ ਨਾ, ਉਹ ਇੱਕੋ ਹੀ ਪਲੇਟ ਦਾ ਲੰਬਾ ਜਿਹਾ ਟਾਵਰ ਬਣਾਉਂਦੀ। ਬੱਚੇ ਬੜਾ ਖੁਸ਼ ਹੁੰਦੇ ਨੇ ਕਿ ਅਸੀਂ ਇੰਨਾ ਜ਼ਿਆਦਾ ਖਾਧਾ। ਠੀਕ ਹੈ, ਇਹ ਹੁਣ ਪਲੇਟਾਂ ਅਸੀਂ ਸਾਰੀਆਂ ਮੁਕਾ ਕੇ ਏਟ ਉੱਤੇ ਇੰਝ ਰੱਖੀ ਜਾਵਾਂਗੇ। ਬੇਸਿਕਲੀ ਮੈਂ ਕੋਈ ਬਹੁਤ ਜ਼ਿਆਦਾ ਫੈਨ ਨਹੀਂ ਹਾਂ ਸੁਸ਼ੀ ਦਾ। ਮੈਂ ਆਪਣੀ ਜ਼ੋਜਾ ਮੋਹਤਰਮਾ ਦੇ ਵਾਸਤੇ ਆਉਣਾ, ਲੇਕਿਨ ਕੁਝ ਚੀਜ਼ਾਂ ਇੱਥੇ ਕਾਫੀ ਨੇ ਜਿਹੜੀਆਂ ਮੈਨੂੰ ਵੀ ਪਸੰਦ ਆ ਗਈਆਂ। ਇਸ ਵਜ੍ਹਾ ਤੋਂ ਗੁਜ਼ਾਰਾ ਚੱਲਦਾ ਰਹਿੰਦਾ। ਤੁਸੀਂ ਕਦੀ ਜਾਪਾਨ ਆਓ ਔਰ ਬਜਟ ਦੇ ਅੰਦਰ ਰਹਿ ਕੇ ਸੁਸ਼ੀ ਖਾਣਾ ਚਾਹੁੰਦੇ ਹੋ, ਤੇ ਇਹ ਇੱਕ ਬ੍ਰਾਂਡ, ਇਹਦਾ ਨਾਮ ਹੈ ਸੁਸ਼ੀਰੋ, SUSHI ਸੁਸ਼ੀ, ਅੱਗੇ RORO, ਸੁਸ਼ੀਰੋ। ਸੁਸ਼ੀਰੋ ਸਰਚ ਕਰੋ, ਤੁਹਾਡੇ ਏਰੀਆ ਦੇ ਕੋਲ ਹੀ ਤੁਹਾਨੂੰ ਕੋਈ ਮਿਲ ਜਾਏਗਾ। ਔਰ ਬਿਹਤਰੀਨ ਆਪਸ਼ਨਸ ਇੱਥੇ ਮੌਜੂਦ ਨੇ, ਬਹੁਤ ਹੀ ਸਸਤੇ ਦੇ ਵਿੱਚ ਤੁਸੀਂ ਬਹੁਤ ਅੱਛਾ ਸੁਸ਼ੀ ਤੋਂ ਇਲਾਵਾ ਵੀ ਇੱਥੇ ਕਾफ़ੀ ਚੀਜ਼ਾਂ ਮਿਲਦੀਆਂ ਨੇ। ਇਹ ਨੂਡਲਸ, ਜਿਸ ਤਰ੍ਹਾਂ ਫਰਾਈਜ਼ ਵੀ ਮੈਂ ਖਾ ਰਿਹਾ, ਕਾफ़ੀ ਯਾਨੀ ਕਿ ਐਡਜਸਟ ਹੋ ਜਾਂਦਾ। ਬੱਚਿਆਂ ਦੀ ਵੀ ਆਈਟਮਸ ਨੇ, ਆਈਸਕ੍ਰੀਮ ਵੀ ਮਿਲ ਜਾਂਦੀ ਹੈ, ਡਰਿੰਕਸ ਵੀ ਮਿਲ ਜਾਂਦੀਆਂ ਨੇ, ਬੀਅਰ ਵੀ ਲੱਭ ਜਾਂਦੀ ਹੈ ਜਿਹੜਾ ਬੀਅਰ ਪੀਂਦਾ। ਉਸ ਤੋਂ ਇਲਾਵਾ ਕੁਝ ਇੱਥੇ ਐਕਸਪੈਂਸਿਵ ਸੁਸ਼ੀ ਦੇ ਸਟੋਰਸ ਹੁੰਦੇ ਨੇ, ਜਿੱਥੇ ਤੁਸੀਂ ਤੁਹਾਡੇ ਸਾਹਮਣੇ ਤਾਜ਼ਾ ਸੁਸ਼ੀ ਇੰਝ ਬਣਾ ਕੇ ਲਾਈਵ ਤੁਹਾਨੂੰ ਪਲੇਟ ਦੇ ਵਿੱਚ ਸਰਵ ਕਰਦੇ ਨੇ। ਇਹ ਜਿਹੜੀ ਸੌਸੇਜਿਸ ਵਗੈਰਾ ਨੇ ਜਾਂ ਅਦਰਕ ਵਗੈਰਾ ਨਾ, ਇਹ ਫ੍ਰੀ ਹੈ, ਲੇਕਿਨ ਮੇਰੀ ਬੇਗਮ ਅਕਸਰ ਮੈਨੂੰ ਜਿਹੜੀ ਨਾ ਟੋਕਦੀ ਕਿ ਤੂੰ ਜ਼ਿਆਦਾ ਨਹੀਂ ਕੱਢਣੀਆਂ, ਦੁਬਾਰਾ ਕੱਢ ਲੈ, ਬਾਰ-ਬਾਰ ਕੱਢ ਲੈ। ਇੱਕ ਤਾਂ ਚੀਜ਼ ਦਾ ਜ਼ਾਇਕਾ ਵੀ ਜਿਹੜਾ ਉਹ ਫਰੈਸ਼ ਰਹਿੰਦਾ, ਦੂਸਰਾ ਜ਼ਾਇਆ ਹੋਣ ਤੋਂ ਬਚਦੀ ਹੈ। ਇਹ ਮੁਸਲਮਾਨ ਨਹੀਂ ਨੇ, ਦੂਸਰੇ ਜੈਪਨੀਜ਼ ਦੀ ਗੱਲ ਕਰ ਰਹੇ ਹਾਂ, ਤੇ ਉਹਦੇ ਬਾਵਜੂਦ ਇਹ ਖੁਰਾਕ ਦਾ ਬਹੁਤ ਜ਼ਿਆਦਾ ਖਿਆਲ ਕਰਦੇ ਨੇ, ਜ਼ਾਇਆ ਨਹੀਂ ਕਰਦੇ ਚੀਜ਼। बेगम ने नहीं पाई है। अच्छा, शुरू च मैनू ये स्टिक्स नहीं सी चलानियां आंदियां, चॉप स्टिक्स ना, लेकिन जो चलानियां आईयां ने ना, इस तो बगैर खाना खाने का मज़ा नहीं आता। वो वजह है वे, रीज़न है वे कि ये हथ बिल्कुल नहीं गंदे होंगे, और तुम छोटी तो छोटी चीज़ भी जो सिर्फ वो छोटी चीज़ फड़ सकते, जिस तरह कि हमने प्याज फड़ना है, प्याज का छोटा जिहा टुकड़ा एवें प्याज फड़ लिया, ये चावल का एक दाना भी फड़ सकते हो। ਜਿਹੜੇ ਬੰਦਿਆਂ ਨੂੰ ਸੁਸ਼ੀ ਨਹੀਂ ਪਸੰਦ ਆਉਂਦੀ ਨਾ, ਲੇਕਿਨ ਉਹ ਟਰਾਈ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਇੱਕ ਰਿਕਮੈਂਡੇਸ਼ਨ ਹੈ ਕਿ ਉਹ ਨਾਲ ਇਹ ਫਰਾਈਜ਼ ਵੀ ਆਰਡਰ ਕਰ ਲੈਣ। ਅਗਰ ਸੁਸ਼ੀ ਦਾ ਜ਼ਾਇਕਾ ਥੋੜਾ ਖਰਾਬ ਲੱਗ ਰਿਹਾ, ਨਾਲ ਫਰਾਈਜ਼ ਖਾਣਾ ਸ਼ੁਰੂ ਕਰ ਦੇਣ, ਤੁਹਾਨੂੰ ਤੁਸੀਂ ਖਾ ਸਕੋਗੇ।
ਬੈਸਟ ਸੂਸ਼ੀ ਖਾਣ ਵਾਸਤੇ ਤੁਹਾਨੂੰ ਜਾਪਾਨ ਆਉਣਾ ਪਏਗਾ। ਜਿਹੜੇ ਰੈਸਟੋਰੈਂਟ ਸੂਸ਼ੀ ਦੇ ਜਾਪਾਨ ਤੋਂ ਬਾਹਰ ਨੇ ਔਰ ਉਹਨਾਂ ਦੇ ਓਨਰ ਜਿਹੜੇ ਨੇ ਉਹ ਉੱਥੋਂ ਦੇ ਲੋਕਲ ਨਹੀਂ ਆ, ਦੂਸਰੇ ਨੇ, ਆਈ ਡੋਂਟ ਥਿੰਕ ਕਿ ਤੁਹਾਨੂੰ ਉਹ ਵਾਲਾ ਟੇਸਟ, ਇਹ ਵਾਲਾ ਟੇਸਟ ਉੱਥੇ ਮਿਲੇਗਾ। ਤੇ ਫਿਰ ਤੁਸੀਂ ਉਹ ਸੂਸ਼ੀ ਖਾ ਕੇ ਅਗਰ ਤੁਹਾਡਾ ਦਿਲ ਖਰਾਬ ਹੋ ਗਿਆ ਤੇ ਤੁਸੀਂ ਸੋਚੋਗੇ ਯਾਰ ਇਹ ਸੂਸ਼ੀ ਬਕਵਾਸ ਹੈ। ਜਾਪਾਨ ਦੇ ਅੰਦਰ ਆ ਕੇ ਸੂਸ਼ੀ ਟਰਾਈ ਕਰੋ, ਫਿਰ ਤੁਹਾਨੂੰ ਅੱਛੀ ਨਾ ਲੱਗੇ ਫਿਰ ਤੁਹਾਡਾ ਅੱਲਾ ਹੀ ਵਾਰਿਸ ਹੈ। ਟਰਾਈ ਜ਼ਰੂਰ ਕਰਿਆ ਕਰੋ ਨਵੀਆਂ ਚੀਜ਼ਾਂ, ਨਵੇਂ ਖਾਣੇ। ਕਾफ़ी ज़्यादा ਸੂਸ਼ੀ ਖਾ ਲਈਏ, ਹੁਣ ਅਸੀਂ ਕੋਈ ਡੈਜ਼ਰਟ ਵਗੈਰਾ ਖਾਵਾਂਗੇ, ਬਾਹਰੋਂ ਕੋਈ ਆਈਸਕ੍ਰੀਮ ਖਾਵਾਂਗੇ, ਫਿਰ ਸ਼ਾਪਿੰਗ ਕਰਾਂਗੇ। ਸ਼ਾਪਿੰਗ ਕਿਹੜੀ ਸਾਡੀ ਭਲਾ, ਇਹ ਸੌਦਾ ਸਲਬ ਜਿਹੜਾ ਪੂਰੇ ਹਫਤੇ ਦਾ ਅਸੀਂ ਲੈਣਾ ਹੁੰਦਾ ਹੈ, ਦੁੱਧ ਦਹੀਂ ਅੰਡੇ ਸ਼ੰਡੇ, ਉਹ ਲੈ ਕੇ ਪੂਰੇ ਹਫਤੇ ਦੇ ਫਰਿੱਜ ਦੇ ਵਿੱਚ ਲਿਆ ਕੇ ਸੈੱਟ ਕਰਾਂਗੇ। ਉਸ ਤੋਂ ਬਾਅਦ ਮੰਡੇ ਤੋਂ ਕੰਮ 'ਤੇ। ਇਸੇ ਤਰ੍ਹਾਂ ਫਿਰ ਪੂਰਾ ਹਫਤਾ ਗੁਜ਼ਰੇਗਾ, ਮੰਡੇ ਟਿਊਜ਼ਡੇ ਵੈਨਸਡੇ ਥਰਸਡੇ ਫਰਾਈਡੇ ਦੀ ਸ਼ਾਮ ਨੂੰ ਲੈ ਕੇ ਹਫਤਾ ਤੇ ਐਤਵਾਰ ਫ੍ਰੀ। ਕਦੀ ਕਦੀ ਹਫਤੇ ਐਤਵਾਰ ਨੂੰ ਮੈਂ ਕੰਮ ਕਰ ਲੈਂਦਾ, ਲੇਕਿਨ ਕਿ ਮੈਂ ਹਫਤੇ ਐਤਵਾਰ ਨੂੰ ਵਾਈਫ ਦੇ ਕੋਲੋਂ ਪਹਿਲੇ ਪੁੱਛਣਾ ਵਾ ਉਹਨੇ ਕਿਧਰੇ ਜਾਣਾ ਹੈ, ਕੋਈ ਉਹਦਾ ਕੰਮ ਹੈ, ਉਸ ਹਿਸਾਬ ਨਾਲ ਫਿਰ ਮੈਂ ਆਪਣੇ ਦੂਸਰੀ ਚੀਜ਼ਾਂ ਨੂੰ ਡਿਸਾਈਡ ਕਰਨਾ। ਅਗਰ ਇਹਨੇ ਸੁਬਾਹ ਜਾਣਾ ਹੁੰਦਾ ਤਾਂ ਮੈਂ ਸ਼ਾਮ ਨੂੰ ਕੰਮ ਕਰ ਲੈਣਾ ਫੂਡ ਡਿਲੀਵਰੀ ਦਾ, ਅਗਰ ਇਹਨੇ ਸ਼ਾਮ ਨੂੰ ਜਾਣਾ ਹੋਵੇ ਕਿਧਰੇ ਤੇ ਮੈਂ ਸੁਬਾਹ ਕੰਮ ਕਰ ਲੈਣਾ ਫੂਡ ਡਿਲੀਵਰੀ ਦਾ। ਤੁਸੀਂ ਮੈਨੂੰ ਪੁੱਛਦੇ ਹੋ ਕਿ ਮੈਂ ਪਾਕਿਸਤਾਨ ਨਹੀਂ ਆਉਂਦਾ ਜਾਂ ਮੇਰੀ ਕੋਈ ਫੈਮਿਲੀ ਨਹੀਂ ਹੈ। ਆਫ ਕੋਰਸ ਹਰ ਬੰਦੇ ਦੀ ਫੈਮਿਲੀ ਹੁੰਦੀ ਹੈ, ਤੁਹਾਨੂੰ ਪਤਾ ਇੰਟਰਨੈਟ ਦਾ ਦੌਰ ਹੈ, ਡੇਲੀ ਰਾਬਤਾ ਹੁੰਦਾ। ਹੁਣ ਉਹ ਫੀਲਿੰਗਸ ਨਹੀਂ ਰਹੀਆਂ ਜਿਹੜੀਆਂ ਪਹਿਲੇ, ਬਹੁਤ ਜ਼ਿਆਦਾ ਉਦਾਸ ਹੋ ਜਾਂਦੇ ਸਨ ਨਾ ਲੋਕ ਕਿ ਯਾਰ ਈਦ ਹੈ ਤੇ ਇਹ ਤੇ ਉਹ, ਇਹ ਕਹਾਣੀਆਂ ਨੇ ਸਾਰੀਆਂ। ਤੁਸੀਂ ਰਾਬਤੇ 'ਚ ਹੋਵੋ, ਇੱਕ ਦੂਜੇ ਦੀ ਇੱਜ਼ਤ ਕਰੋ, ਅੱਛੇ ਰਾਬਤੇ 'ਚ ਹੋਵੋ, ਜਦੋਂ ਤੁਹਾਡਾ ਦਿਲ ਕਰੇ ਤੁਸੀਂ ਮਿਲ ਸਕਦੇ ਹੋ, ਅਤੇ ਫਿਰ ਕਾਹਦੀਆਂ ਦੂਰੀਆਂ ਨੇ। ਮੇਰਾ ਜਦੋਂ ਦਿਲ ਕਰਦਾ ਮੈਂ ਪਾਕਿਸਤਾਨ ਚਲਾ ਜਾਂਦਾ, ਆਪਣੀ ਫੈਮਿਲੀ ਨੂੰ ਮਿਲਣਾ, ਟਾਈਮ ਸਪੈਂਡ ਕਰਨਾ ਫੈਮਿਲੀ ਦੇ ਨਾਲ, ਵਾਪਸ ਆ ਜਾਣਾ। ਮੇਰੀ ਇੱਥੇ ਵੀ ਫੈਮਿਲੀ ਹੈ, ਉੱਥੇ ਵੀ ਫੈਮਿਲੀ ਹੈ, ਠੀਕ ਹੈ। ਅਤੇ ਇਹ ਡਿਪੈਂਡ ਕਰਦਾ ਤੁਸੀਂ ਲਾਈਫ ਦੇ ਵਿੱਚ ਕਿਹੜੀ ਸਟੇਜ 'ਤੇ ਹੋ, ਕਿਹੜੀ ਸਿਚੁਏਸ਼ਨ ਦੇ ਵਿੱਚ ਹੋ। ਜਿਹੜੀ ਸਿਚੁਏਸ਼ਨ 'ਚ ਮੈਂ ਹਾਂ ਅਲਹਮਦੁਲਿਲਾ ਮੈਂ ਆਪਣੀ ਆਜ਼ਾਦਾਨਾ ਜ਼ਿੰਦਗੀ ਗੁਜ਼ਾਰ ਰਿਹਾ। ਆਜ਼ਾਦ ਫੈਸਲੇ ਨੇ, ਕੋਈ ਰੋਕ ਟੋਕ ਨਹੀਂ। ਅਤੇ ਕੋਈ ਰੋਕ ਟੋਕ ਨਾ ਹੋਵੇ ਔਰ ਤੁਸੀਂ ਕੋਈ ਗਲਤ ਫੈਸਲੇ ਨਾ ਕਰੋ, ਅੱਛੀ ਜ਼ਿੰਦਗੀ ਗੁਜ਼ਾਰੋ, ਦੂਸਰੇ ਲੋਕਾਂ ਨੂੰ ਬੋਦਰ ਨਾ ਕਰੋ, ਡਿਸਟਰਬ ਨਾ ਕਰੋ, ਇਹ ਮਾਇਨੇ ਰੱਖਦਾ। ਬਾਕੀ ਜਿਹੜਾ ਮਜਬੂਰ ਹੋਵੇ ਉਹ ਤਾਂ ਵਿਚਾਰਾ ਅੱਗੇ ਹੀ ਮਜਬੂਰ ਹੈ, ਉਹ ਤਾਂ ਉਂਝ ਹੀ ਕੁਝ ਨਹੀਂ ਕਰ ਸਕਦਾ। ਬਾਕੀ ਅੱਲਾਹ ਤਾਲਾ ਸਭ ਨੂੰ ਖੁਸ਼ ਰੱਖੇ, ਸਭ ਨੂੰ ਮਿਲ ਜੁਲ ਕੇ ਰਹਿਣ ਦੀ ਤੌਫੀਕ ਅਤਾ ਫਰਮਾਏ। ਮੇਰੀ ਦੁਆ ਹੈ ਸਭ ਵਾਸਤੇ। ਨਿਕਲਨੇ ਆ ਫਿਰ। ਇਹ ਇੱਕ ਡਰੱਗ ਸਟੋਰ ਇਹਨੂੰ ਆਖਦੇ ਨੇ। ਇੱਥੇ ਦੁਨੀਆ ਜਹਾਨ ਦੀ ਹਰ ਚੀਜ਼ ਮਿਲਦੀ ਹੈ ਜਿਹੜੀ ਕਿ ਘਰੇਲੂ ਯੂਜ਼ ਵਾਸਤੇ ਹੁੰਦੀ ਹੈ। ਕਰੀਮਾਂ, ਸ਼ੈਂਪੂ, ਡਿਟਰਜੈਂਟ, ਟਿਸ਼ੂ ਵਗੈਰਾ, ਘਰ ਦੇ ਜਿਹੜੀਆਂ ਚੀਜ਼ਾਂ ਜ਼ਰੂਰੀਆਤ ਦੀਆਂ ਚੀਜ਼ਾਂ ਹੁੰਦੀਆਂ ਨਾ, ਮਤਲਬ ਜਿਹੜਾ ਅਸੀਂ ਰੈਗੂਲਰ ਚੀਜ਼ਾਂ ਇਸਤੇਮਾਲ ਕਰਨੇ ਆ, ਇਹ ਸਾਰਾ ਸੈਕਸ਼ਨ ਹੈ। ਇੱਥੇ ਕਲਰ ਹੀ ਕਲਰ ਲੱਗੇ ਨੇ ਮੁਖਤਲਿਫ ਕਿਸਮ ਦੇ, ਔਰ ਇਹ ਸਭ ਜੈਪਨੀਜ਼ ਪ੍ਰੋਡਕਟਸ ਹੁੰਦੀਆਂ ਨੇ, ਜਾਪਾਨ ਦੇ ਵਿੱਚ ਸਾਰੀਆਂ ਬਣਦੀਆਂ ਨੇ। ਇਹਨੂੰ ਆਖਦੇ ਨੇ ਬੋਡੀ ਸ਼ੀਟ। ਗਰਮੀਆਂ ਦੇ ਵਿੱਚ ਇਹਨੂੰ ਇਸਤੇਮਾਲ ਕਰੀਦਾ ਫੋਰ ਮੈਨਸ। ਇਹ ਜਿਹੜੀਆਂ ਕੱਛਾਂ ਕੁੱਛਾਂ 'ਤੇ ਪਸੀਨਾ ਆਉਂਦਾ ਨਾ, ਉਹਦੇ ਵਾਸਤੇ ਖਾਸ ਤੌਰ 'ਤੇ ਗਰਮੀਆਂ ਵਾਸਤੇ ਵੀ। ਸੁਬਾਹ 'ਤੇ ਬੰਦਾ ਘਰੋਂ ਕੰਮ 'ਤੇ ਨਿਕਲਦਾ ਨਹਾ ਧੋ ਕੇ, ਲੇਕਿਨ ਦੁਪਹਿਰ ਨੂੰ ਬ੍ਰੇਕ ਟਾਈਮ ਬੰਦੇ ਦੀ ਜਿਹੜੀ ਨਾ ਮੱਤ ਵੱਜੀ ਹੁੰਦੀ ਹੈ ਪਸੀਨੇ ਦੇ ਨਾਲ ਨਾ, ਜਾਪਾਨੀ ਇਹਨਾਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਯੂਜ਼ ਕਰਦੇ ਨੇ। ਸ਼ਰਤ ਹੈ ਵੇ ਕਿ ਤੁਸੀਂ ਇਹਨੂੰ ਇੱਕ ਦੋ ਦਫਾ ਯੂਜ਼ ਕਰਕੇ ਵੇਖੋ ਕੋਈ ਵੀ ਚੀਜ਼ ਹੈ, ਤਾਂ ਤੁਹਾਨੂੰ ਪਤਾ ਲੱਗੇ ਕਿ ਉਸ ਚੀਜ਼ ਦਾ ਕਿੰਨਾ ਫ਼ਾਇਦਾ ਹੁੰਦਾ। ਇੱਕ ਤਾਂ ਇਹ ਤਾਂ ਫ਼ਾਇਦਾ ਤਾਂ ਹੈ ਹੀ ਹੈ ਨਾ ਕਿ ਤੁਹਾਡੇ ਕੋਲੋਂ ਸਮੈਲ ਨਹੀਂ ਆਉਂਦੀ, ਲੇਕਿਨ ਕਿ ਤੁਸੀਂ ਆਪਣੇ ਆਪ ਦੇ ਵਿੱਚ ਵੀ ਬਹੁਤ ਅੱਛਾ ਅਤੇ ਸਾਫ਼ ਸੁਥਰਾ ਮਹਿਸੂਸ ਕਰਦੇ ਹੋ। ਤੁਹਾਡੀਆਂ ਬਾਹਾਂ ਨਹੀਂ ਜੁੜਦੀਆਂ। ਹੁਣ ਉਹ ਫੀਲਿੰਗ ਤੁਹਾਨੂੰ ਪਤਾ ਹੀ ਹੋਏਗੀ ਜਦੋਂ ਬਗਲਾਂ ਦੇ ਥੱਲੇ ਪਸੀਨਾ ਆਉਂਦਾ, ਕਿੰਨੀ ਗੰਦੀ ਸਮੈਲ ਆਉਂਦੀ ਇਰਦ ਗਿਰਦ ਲੋਕਾਂ ਨੂੰ। ਇਹ ਮੁਝੇ ਪਕੜਾ ਦੋ ਜਾਨੂ, ਮੈਨੂੰ ਫੜਾ ਦੇ। ਹੁਣ ਸਮਝ ਨਹੀਂ ਲੱਗੀ। ਇਹ ਖਰੀਦਿਆ ਇੱਕ ਟੂਥਪੇਸਟ ਦੀਆਂ ਇੱਥੇ ਹਜ਼ਾਰਾਂ ਕਿਸਮਾਂ ਨੇ, ਔਰ ਹਰ ਟੂਥਪੇਸਟ ਦਾ ਆਪਣਾ ਫੀਚਰ ਹੈ। ਫੀਚਰ ਨਹੀਂ ਹੈ ਕੋਈ ਇਲੈਕਟ੍ਰੋਨਿਕ ਚੀਜ਼ ਥੋੜ੍ਹੀ ਹੈ, ਫੰਕਸ਼ਨ ਵੀ ਨਹੀਂ ਕਹਿ ਸਕਦੇ, ਕੀ ਕਹਾਂਗੇ ਯਾਰ। ਕੁਆਲਿਟੀ, ਹਾਂਜੀ, ਹਰ ਟੂਥਪੇਸਟ ਦੀ ਆਪਣੀ ਕੁਆਲਿਟੀ ਹੈ।
ਹੁਣ ਇਹ ਜਿਹੜਾ ਇਹ ਦੰਦ ਵਾਸਤੇ ਕੋਈ ਸਪੈਸ਼ਲ ਹੈ। ਕਈਆਂ ਦੇ ਵਿੱਚ ਮਿੰਟ ਹੁੰਦਾ, ਈਵਨ ਕਿ ਤੁਸੀਂ ਚੂਜ਼ ਕਰ ਸਕਦੇ ਹੋ ਕਿ ਮਿੰਟ ਉਹਦੇ ਵਿੱਚ ਤੇਜ਼ ਹੋਵੇ ਜਾਂ ਘੱਟ ਮਿੰਟ ਹੋਵੇ। ਮਿੰਟ ਜਿਹੜਾ ਨਹੀਂ ਹੁੰਦਾ, ਜਿਹੜਾ ਉਹ ਸਾਹ ਨੂੰ ਠੰਡਾ ਕਰ ਦਿੰਦਾ ਉਹ। ਅੱਛਾ, ਜ਼ਬਾਨ ਦੇ ਵਿੱਚ ਹਰ ਚੀਜ਼ ਦੀ ਇੱਕ ਨਾ ਲਾਈਫ ਹੁੰਦੀ ਹੈ। ਉਸ ਤੋਂ ਬਾਅਦ ਉਹ ਚੀਜ਼ ਭਾਵੇਂ ਨਵੀਂ ਵੀ ਹੋਵੇ, ਭਾਵੇਂ ਉਹਦੀ ਹਾਲਤ ਅੱਛੀ ਵੀ ਹੋਵੇ, ਉਹ ਬਦਲਦੇ ਨੇ। ਮਿਸਾਲ ਦੇ ਤੌਰ 'ਤੇ ਬਰੱਸ਼ ਵਗੈਰਾ ਨੇ ਨਾ, ਅਤੇ ਹਰ ਘਰ ਦੇ ਵਿੱਚ ਰੂਲ ਆਪਣਾ ਆਪਣਾ ਹੁੰਦਾ ਕਿ ਚਲੋ ਅਸੀਂ 2 ਮਹੀਨੇ ਬਾਅਦ ਬਦਲਾਂਗੇ ਜਾਂ 3 ਮਹੀਨੇ ਬਾਅਦ ਬਦਲਾਂਗੇ, ਕਿ ਉਹਨਾਂ ਨੇ ਬਰੱਸ਼ ਬਦਲਣਾ ਹੁੰਦਾ। ਸਾਡੇ ਜਿਹੜੇ ਨੇ ਸਾਲ ਜਿਹੜਾ ਨਾ ਕਿ ਇੱਕੋ ਹੀ ਬਰੱਸ਼ ਚੱਲਦਾ, ਜਿੰਨੀ ਦੇਰ ਤੱਕ ਉਹ ਫਰਕ ਨਹੀਂ ਹੋ ਜਾਂਦਾ, ਘਸ ਨਹੀਂ ਨਾ ਜਾਂਦਾ, ਉਨੀ ਦੇਰ ਤੱਕ ਉਹੀ ਚੱਲਦਾ ਰਹਿੰਦਾ। ਫੋਰਨਰਸ ਜਿਹੜੇ ਨੇ ਉਹ ਕਿਉਂ ਥੋੜ੍ਹੀ ਸੈਲਰੀ ਦੇ ਵਿੱਚ ਗੁਜ਼ਾਰਾ ਕਰ ਲੈਂਦੇ ਨੇ ਪਰ ਜਾਪਾਨੀ ਨਹੀਂ ਕਰ ਸਕਦੇ? ਉਹਦੀ ਵਜ੍ਹਾ ਇਹੀ ਹੈ ਕਿ ਇਹਨਾਂ ਨੇ ਹਰ ਆਪਣੀ ਲਾਈਫ ਸਟਾਈਲ ਬੜੀ ਬਿਹਤਰੀਨ ਰੱਖੀ ਹੋਈ ਹੈ। ਇਹ ਤਾਂ ਹੀ ਲੱਗਦਾ ਮੈਨੂੰ, ਜਦੋਂ ਇਹਨਾਂ ਦੀਆਂ ਚੀਜ਼ਾਂ ਜ਼ਰੂਰੀਆਤ ਦੇ ਪੈਸੇ ਨਹੀਂ ਪੂਰੇ ਹੁੰਦੇ ਤਾਂ ਫਿਰ ਇਹ ਮਰ ਮੁਰ ਜਾਂਦੇ ਨੇ। ਅਗਰ ਤੁਸੀਂ ਆਪਣੀ ਬਿਜ਼ੀ ਰੂਟੀਨ ਲਾਈਫ ਦੇ ਵਿੱਚ ਵੀ ਥੋੜ੍ਹਾ ਜਿਹਾ ਹੈਲਦੀ ਕੁਝ ਖਾਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਮਿਕਸ ਨਟਸ ਲੈ ਕੇ ਰੱਖ ਲਿਆ ਕਰੋ। ਸੁਬਾਹ ਨਾਸ਼ਤੇ ਦੇ ਵਿੱਚ ਡੇਲੀ ਥੋੜ੍ਹੇ ਜਿਹੇ ਇਹ ਹੀ ਖਾ ਲਓ ਨਾ, ਅਤੇ ਬਹੁਤ ਅੱਛੇ ਰਹਿਣਗੇ ਤੁਹਾਡੇ ਵਾਸਤੇ, ਬਹੁਤ ਹੈਲਦੀ ਹੋਣਗੇ। ਇਹ ਮੂੰਗਫਲੀਆਂ ਮੈਨੂੰ ਬੜੀਆਂ ਪਸੰਦ ਨੇ। ਇਹਦਾ ਇਹਨਾਂ ਨੇ ਨਾਂ ਰੱਖਿਆ ਬਾਤਾਪੀ। ਬਾਤਾਪੀ, ਪੀਨਟਸ ਦਾ ਪੀ ਹੈ ਨਾ, ਬਾਤਾਪੀ ਪੀਨਟਸ, ਠੀਕ ਹੈ। ਡੇਲੀ ਜਿਹੜਾ ਨਾ ਕਿ ਨਾਸ਼ਤੇ 'ਚ ਮੈਂ ਬਦਾਮ ਜਾਂ ਇਸ ਤਰ੍ਹਾਂ ਨਾ ਚੀਜ਼ਾਂ, ਨਟਸ ਵਗੈਰਾ ਖਾਨਾ। ਮੇਰੀ ਵਾਈਫ ਵੀ ਖਾਂਦੀ ਹੈ। ਇਹ ਫੂਡ ਡਿਲੀਵਰੀ ਦੀ ਜੌਬ ਦਾ ਮੈਨੂੰ ਇਹ ਵੀ ਫਾਇਦਾ ਹੁੰਦਾ ਕਿ ਮੈਂ ਜਿਸ ਟਾਈਮ ਮਰਜ਼ੀ, ਜਦੋਂ ਮਰਜ਼ੀ ਆਪਣੀ ਵਾਈਫ ਨੂੰ ਟਾਈਮ ਦੇ ਲੈਣਾ ਵਾ। 6 ਵਜੇ ਜਿਹੜਾ ਨਾ ਉਹ ਡਿਨਰ ਦਾ ਟਾਈਮ ਸ਼ੁਰੂ ਹੁੰਦਾ, 6 ਵਜੇ ਡਿਲੀਵਰੀਆਂ ਆਉਣਾ ਸ਼ੁਰੂ ਹੁੰਦੀਆਂ ਨੇ, ਅਤੇ ਮੈਂ 6 ਤੋਂ ਲੈ ਕੇ 7 8 9 3 ਘੰਟੇ ਕੰਮ ਕਰ ਲਾਂਗਾ। ਥੋੜ੍ਹਾ ਜਿਹਾ ਸੁਬਾਹ ਕਰ ਲੈਣਾ, ਥੋੜ੍ਹਾ ਸ਼ਾਮ ਕਰ ਲੈਣਾ, ਅਤੇ ਮੇਰੇ ਪੈਸੇ ਬਣ ਜਾਂਦੇ ਨੇ, ਦਿਹਾੜ ਬਣ ਜਾਂਦੀ ਹੈ। ਇਸ ਤੋਂ ਇਲਾਵਾ ਵੀ ਮੈਂ ਹੋਰ ਵੀ ਮੁਖਤਲਿਫ ਕੰਮ ਕਰਦਾ ਰਹਿੰਦਾ। ਬਸ ਅੱਛਾ ਟਾਈਮ ਪਾਸ ਹੋ ਰਿਹਾ। ਚਲਿਏ